ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਲਖੀਮਪੁਰ ਘਟਨਾ ਕਿੱਥੇ ਫਸਿਆ ਪੇਚ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ ਲਖੀਮਪੁਰ ਖੀਰੀ ਘਟਨਾ ਨੂੰ ਜਿਹੜਾ ਹੈ ਅੱਜ 48 ਘੰਟੇ ਪੂਰੇ ਹੋ ਚੁੱਕੇ ਨੇ। ਅਸੀਂ ਜਾਣਨਾ ਚਾਹਾਂਗੇ 48 ਘੰਟਿਆਂ ਵਿੱਚ ਉੱਥੇ ਕੀ ਕੁਝ ਵਾਪਰਿਆ ਹੈ। ਉੱਥੇ ਜਿਹੜੇ 4 ਕਿਸਾਨ ਸ਼ਹੀਦ ਹੋ ਗਏ ਸੀ ਉਹਨਾਂ 'ਚੋਂ ਕਿੰਨਿਆਂ ਦਾ ਸੰਸਕਾਰ ਹੋ ਚੁੱਕਿਆ, ਉੱਥੇ ਦਾ ਮੌਜੂਦਾ ਹਾਲਾਤ ਕੀ ਨੇ ਅਤੇ ਸਰਕਾਰ ਨੇ ਕਿੰਨੀਆਂ ਕੁ ਮੰਗਾਂ ਜਿਹੜੀਆਂ ਹੈਗੀਆਂ ਮੋਰਚੇ ਦੀਆਂ ਮੰਨ ਲਈਆਂ ਨੇ ਅਤੇ ਹਲੇ ਕਿਹੜੀਆਂ ਮੰਗਾਂ ਜਿਹੜੀਆਂ ਉਹ ਬਕਾਇਆ ਨੇ। ਅਸਲ 'ਚ ਕੱਲ੍ਹ ਤੱਕ ਜਿਹੜਾ ਇੱਕ ਬਿਰਤਾਂਤ ਸਰਕਾਰੀ ਧਿਰ ਵੱਲੋਂ ਵੀ ਸਿਰਜਿਆ ਜਾ ਰਿਹਾ ਸੀ ਥੋੜ੍ਹਾ ਬਹੁਤ, ਜਾਂ ਸਰਕਾਰੀ ਧਿਰ ਨਹੀਂ ਜੇ ਨਾ ਕਹੀਏ ਤਾਂ ਇੱਕ ਜਿਹੜਾ ਸਟੇਟ ਹੋਮ ਮਿਨਿਸਟਰ ਹੈ ਅਜੇ ਮਿਸ਼ਰਾ ਜਾਂ ਉਹਦੇ ਪਰਿਵਾਰ ਵੱਲੋਂ ਕਿ ਸਾਡਾ ਤਾਂ ਬੰਦਾ ਉੱਥੇ ਹੈ ਹੀ ਨਹੀਂ ਸੀ। ਜਿੰਨੀਆਂ ਵੀ ਵੀਡੀਓਜ਼ ਹੁਣ ਸਾਹਮਣੇ ਆ ਰਹੀਆਂ ਨੇ ਹੌਲੀ ਹੌਲੀ, ਕਿਉਂਕਿ ਅਜੇ ਤੱਕ ਵੀ ਉਸ ਪੂਰੇ ਇਲਾਕੇ 'ਚ ਇੰਟਰਨੈਟ ਬੰਦ ਹੈ ਅਤੇ ਬਾਕੀ ਵੀ ਸੋਸ਼ਲ ਮੀਡੀਆ ਦੇ ਵਿੱਚੋਂ ਲਗਭਗ ਬਹੁਤ ਜ਼ਿਆਦਾ ਚੀਜ਼ਾਂ ਗਾਇਬ ਨੇ, ਦਿਖਾਈ ਦੇ ਰਹੀਆਂ ਨੇ ਕਿ ਜਿਹੜੀਆਂ ਪਹਿਲਾਂ ਵੀਡੀਓਜ਼ ਆਈਆਂ ਉਹ ਵੀ ਮੇਰੇ ਖਿਆਲ ਹੈ ਡਿਲੀਟ ਸੈਂਸਿਟਿਵ ਕੰਟੈਂਟ ਕਹਿ ਕੇ ਖਤਮ, ਮਤਲਬ ਉਹਨਾਂ ਨੂੰ ਉਡਾਇਆ ਜਾ ਰਿਹਾ ਤਾਂ ਕਿ ਲੋਕ ਉਸ ਲੈਵਲ 'ਤੇ ਨਾ ਦੇਖਣ। ਪਰ ਇੱਕ ਗੱਲ ਜਿਹੜੀ ਸਭ ਤੋਂ ਸਾਹਮਣੇ ਆਈ ਹੈ ਅਤੇ ਅਜੇ ਤੱਕ FIR ਦੀ ਕਾਪੀ ਵੀ ਜਨਤਕ ਨਹੀਂ ਕਰਦੇ। ਕਿਸਾਨ ਮੋਰਚੇ ਕੋਲ ਦੱਸਦਾ ਹੈ ਕਿ ਉਹਨਾਂ ਕੋਲ FIR ਦੀ ਕਾਪੀ ਹੈ, ਜਿਹੜਾ ਉਹ ਸਾਰਾ FIR ਦਰਜ ਹੋਈ ਹੈ। ਅਤੇ ਨਹੀਂ ਤਾਂ ਲੋਕਾਂ ਨੂੰ ਅਜੇ ਤੱਕ ਇਹ ਲੱਗ ਰਿਹਾ ਫਿਰ ਵੀ ਜੇ ਉਹਨੂੰ ਜਨਰਲੀ ਉਹ ਕਹਿੰਦੇ ਵੀ ਜਨਰਲ ਤਾਂ ਨਹੀਂ ਆ ਰਹੀ ਕਿਉਂਕਿ ਜਿਹੜੇ ਕਿਸਾਨ ਮੋਰਚੇ ਕੋਲ ਉੱਥੇ ਆਗੂ ਕੋਲ ਹੈ ਅਤੇ ਉਹਦਾ ਕਿਹੜਾ ਨੈੱਟ ਚੱਲਦਾ ਅਤੇ ਉਹ ਵੀ ਅੱਗੇ ਨਹੀਂ ਪਾਇਆ ਜਾ ਰਿਹਾ। ਪਰ ਨਾਲ ਦੀ ਨਾਲ ਦੂਜੀ ਗੱਲ ਇਹ ਸੀ ਕਿ ਕੱਲ੍ਹ ਸਮਝੌਤਾ ਹੋਇਆ ਸੀ ਕਿ ਪੋਸਟਮਾਰਟਮ ਹੋ ਜਾਣਗੇ ਅਤੇ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਕਰ ਦਿੱਤਾ ਜਾਏਗਾ। ਹੁਣ ਜਿਹੜੇ ਪੋਸਟਮਾਰਟਮ ਹੋਏ ਨੇ ਕਿਸਾਨੀ ਸਾਈਡ ਤੋਂ, ਜਿਹੜੇ ਪੋਸਟਮਾਰਟਮ ਹੋਏ ਨੇ ਅਤੇ ਉਹਦੇ 'ਚ ਇੱਕ ਮੁੰਡੇ ਦੇ ਜਿਹਦੇ ਗੋਲੀ ਲੱਗੀ ਹੈ ਔਰ ਸਭ ਨੂੰ ਪਤਾ ਚਸ਼ਮਦੀਦ ਗਵਾਹ ਨੇ, ਅਤੇ ਉਹ ਕਹਿੰਦੇ ਨੇ ਕਿ ਪੋਸਟਮਾਰਟਮ ਦੇ ਵਿੱਚ ਗੋਲੀ ਦਾ ਉਹਦਾ ਜ਼ਿਕਰ ਨਹੀਂ ਹੈ ਕੀਤਾ ਗਿਆ। ਇਸ ਕਰਕੇ ਸਵੇਰ ਤੋਂ ਇੱਕ ਕਸ਼ਮਕਸ਼ ਇਹ ਚੱਲ ਰਹੀ ਹੈ, ਹੁਣ ਤੱਕ ਜਿਹੜੇ ਸੰਸਕਾਰ ਨਹੀਂ ਕੀਤਾ ਜਾ ਰਿਹਾ। ਅਤੇ ਜਿਹੜਾ ਪੱਤਰਕਾਰ ਦੀ ਇੱਕ ਦੀ ਡੈਥ ਹੋਈ ਹੈ ਉਹਦੇ ਗੋਲੀ ਲੱਗੀ, ਉਹਦੇ ਹੈਗੀ ਹੈ ਇੱਕ ਗੋਲੀ, ਤਾਂ ਗੋਲੀਆਂ ਜ਼ਿਆਦਾ ਚੱਲੀਆਂ ਨੇ। ਅਤੇ ਇਹ ਜਿਹੜਾ ਗੁਰਦੀਪ ਸਿੰਘ ਹੈ ਇਹਦੇ ਬਾਰੇ ਮੇਰੀ ਵੀ ਇਹੀ ਹੈ ਕਿ ਉਹਦੇ ਗੋਲੀ ਲੱਗੀ ਹੈ ਕਿਉਂਕਿ ਸਾਰੇ ਇੰਨੇ ਬੰਦੇ ਇਕੱਠੇ ਨੇ ਤਸਮ ਦੀ, ਉਹਨੂੰ ਪਤਾ ਹੈ ਕਿ ਜਦੋਂ ਬੰਦੇ ਦੇਖਦੇ ਨੇ ਕਿ ਕਿਸ ਤਰੀਕੇ ਨਾਲ ਮੌਤ ਹੋਈ ਹੈ। ਹੁਣ ਫਿਰ ਫੈਸਲਾ ਇਹ ਕੀਤਾ ਕਿਸਾਨ ਮੋਰਚੇ ਨੇ ਵੀ ਜਾਂ ਬਾਕੀ ਸਾਰੇ ਕਿਤੇ ਵੀ 3 ਦਾ ਸੰਸਕਾਰ ਇਸ ਸਮੇਂ ਹੋ ਰਿਹਾ ਕਿਸੇ ਦਾ ਅੱਗੇ ਪਿੱਛੇ ਕਰਕੇ ਇਹਨਾਂ ਦਿਨਾਂ ਦੇ ਵਿੱਚ, ਅਤੇ ਜਿਹੜਾ ਇੱਕ ਬਚਦਾ ਹੈ ਜਿਹਦੇ ਗੋਲੀ ਦੀ ਗੱਲ ਹੈ ਅਤੇ ਉਹਦਾ ਏਮਜ ਤੋਂ UP ਤੋਂ ਬਾਹਰ ਜਾਂ ਏਮਜ ਤੋਂ ਪੋਸਟਮਾਰਟਮ ਦੁਬਾਰਾ ਕਰਾਉਣ ਦਾ ਇੱਕ ਫੈਸਲਾ ਹੋਇਆ ਕਿ ਦੁਬਾਰਾ ਉਹ ਉਸ ਲੈਵਲ 'ਤੇ ਕਰਾਇਆ ਜਾਏਗਾ। ਔਰ ਇਹ ਵੀ ਇੱਕ ਅਜੀਬ ਗੱਲ ਹੈ ਸਾਡੇ ਸਾਹਮਣੇ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਦਿਨ ਜਦੋਂ ਆਉਣਾ UP 'ਚ ਵੱਡੇ ਪ੍ਰੋਜੈਕਟ ਕਹਿੰਦੇ ਨੇ ਜੀ ਗਰੀਬਾਂ ਨੂੰ 75,000 ਘਰਾਂ ਦੀਆਂ ਚਾਬੀਆਂ ਦੇਣੀਆਂ ਨੇ, 75 ਕਿਉਂਕਿ ਆਜ਼ਾਦੀ ਦਾ 75ਵਾਂ ਸਾਲ ਜਿਹੜਾ ਉਸ ਲੈਵਲ 'ਤੇ ਚੱਲ ਰਿਹਾ ਅਤੇ ਬਾਕੀ ਵੱਡੇ ਪ੍ਰੋਜੈਕਟ ਨੇ ਉਹ ਆਪਣੇ ਪ੍ਰੋਜੈਕਟਾਂ 'ਚ ਗਲਤਾਨ ਨੇ ਹਜੇ ਤੱਕ। ਨੋਰਮਲੀ ਮੇਰਾ ਖਿਆਲ ਹੈ ਜਿਹੜੀ ਸੈਂਸਿਟਿਵਿਟੀ ਹੁੰਦੀ ਹੈ, ਇੱਕ ਜ਼ਮਾਨੇ 'ਚ ਲਾਲ ਬਹਾਦਰ ਸ਼ਾਸਤਰੀ ਸੀ, ਜੇ ਇੱਕ ਮਤਲਬ ਟ੍ਰੇਨ ਐਕਸੀਡੈਂਟ ਹੋ ਗਿਆ ਸੀ ਉਹਨੇ ਅਖਲਾਕੀ ਆਧਾਰ 'ਤੇ ਅਸਤੀਫਾ ਦੇ ਦਿੱਤਾ ਸੀ ਅਤੇ ਘਟਨਾ 'ਤੇ ਗੱਲ ਗਈ ਕਿ ਮੈਂ ਉੱਪਰ ਟੌਪ 'ਤੇ ਬੈਠਾ। ਅਤੇ ਜਦੋਂ ਕਿਸੇ ਸਰਕਾਰ ਦੇ ਸਟੇਟ ਹੋਮ ਮਿਨਿਸਟਰ ਜਿਹੜਾ ਹੈ, ਮਿਨਿਸਟਰ ਆਫ ਸਟੇਟ ਫਾਰ ਹੋਮ ਅਫੇਅਰਜ਼ ਹੈ, ਉਹਦਾ ਮੁੰਡਾ ਡਾਇਰੈਕਟ FIR 'ਚ ਆ ਜਾਏ ਅਤੇ ਉਹਦਾ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋ ਜੇ ਤਾਂ ਪ੍ਰਧਾਨ ਮੰਤਰੀ ਵੱਲੋਂ ਅਜੇ ਵੀ ਆਪਣੇ ਰੂਟੀਨ ਦੇ ਜਾਰੀ ਕੀਤੇ ਅਤੇ ਨਾ ਕੁਝ ਵੀ ਬੋਲਿਆ ਜਾ ਰਿਹਾ, ਨਾ ਉਹਨੂੰ ਡਰੋਪ ਕੀਤਾ ਕਿਸੇ ਟਾਈਪ ਦਾ ਵੀ। ਉਹਨੂੰ ਘੱਟੋ ਘੱਟ ਪ੍ਰਧਾਨ ਮੰਤਰੀ UP ਆ ਰਹੇ ਨੇ ਅਗਲੇ ਦਿਨ, ਐਡਾ ਵੱਡਾ ਇੱਕ ਮਤਲਬ ਹਾਦਸਾ ਨਹੀਂ ਉਹਨੂੰ ਕਹਿ ਸਕਦੇ ਤੁਸੀਂ, ਨਰਸੰਹਾਰ ਹੈ ਉਹ, ਕੋਈ ਐਮ ਨਹੀਂ ਕਹਿ ਸਕਦੇ ਉਹਨੂੰ ਕਿ ਜੀ ਅਚਾਨਕ ਹੋਈ ਗੱਲ ਹੈ ਜਿਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਨੇ। ਇੱਕ ਤਾਂ ਇਹ ਹੁੰਦਾ ਨਾ ਵੀ ਐਵੇਂ ਹੀ ਚਲਦੀ ਕੋਈ ਜੀ ਮਤਲਬ ਕੋਸ਼ਿਸ਼ ਤਾਂ ਉਹ ਇਹੀ ਕਰਦੇ ਸ਼ਾਇਦ ਜੇ ਅੱਜ ਕੱਲ੍ਹ ਵੀਡੀਓ ਦਾ ਦੌਰ ਨਾ ਹੁੰਦਾ ਉਸ ਪੱਧਰ ਦੇ ਉੱਤੇ ਵੀ ਇਹ ਤਾਂ ਜਿਵੇਂ ਆਮ ਜਾਂਦਾ ਜੀ, ਇੱਕ ਪੁਰਾਣੇ ਰਿਵਾਜ ਨੇ ਨਾ, ਲੋਕ ਜਦੋਂ ਬੰਦਾ ਮਾਰਦੇ ਨੇ ਰੋਡ ਐਕਸੀਡੈਂਟ ਬਣਾ ਦਿਓ ਉਹਨੂੰ ਕਿ ਬੰਦੇ ਜਾਂਦੇ ਸੀ ਐਂ ਹੋ ਗਏ। ਅਤੇ ਜਦੋਂ ਗੱਲ ਸਾਹਮਣੇ ਆ ਚੁੱਕੀ ਹੈ ਤਾਂ ਮਿਨਿਸਟਰ ਆਫ ਸਟੇਟ ਅਜੇ ਵੀ ਕਿਉਂ ਬਣਿਆ ਹੋਇਆ ਹੈ ਅਤੇ ਨਾ ਅਖਲਾਕ, ਨਾ ਕਾਨੂੰਨ, ਨਾ ਪ੍ਰਧਾਨ ਮੰਤਰੀ ਤੱਕ ਦਾ ਇਹਦੇ 'ਤੇ, ਇਹਦਾ ਮਤਲਬ ਅਜੇ ਤੱਕ ਵੀ ਕੋਈ ਅਸਰ ਨਹੀਂ ਹੈ ਨੋਰਮਲ ਤਰੀਕੇ ਨਾਲ ਜਿਹੜਾ ਜਦੋਂ ਗੌਰਮੈਂਟ ਵਿਚਰ ਰਹੀ ਹੈ। ਅਤੇ ਉਦੋਂ ਅਗਲੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਉੱਤੇ ਅਜੇ ਤੱਕ ਵੀ ਮੋਰਚੇ ਨਾਲ ਜਿਹੜਾ ਕੱਲ੍ਹ ਸਮਝੌਤਾ ਇੰਨਾ ਕੁ ਹੋਇਆ ਸੀ ਕਿ ਤੁਹਾਨੂੰ ਉਹ ਬੰਦਿਆਂ ਨੂੰ ਗ੍ਰਿਫਤਾਰ ਕਰਨਾ,
8 ਦਿਨ ਦਾ ਸੱਦਾ ਭੋਗ ਤੱਕ ਗ੍ਰਿਫਤਾਰ ਕਰਨਾ। ਕੋਈ ਇਹ ਤਾਂ ਨਹੀਂ ਮੰਨਿਆ ਹੋਇਆ ਕਿ 8 ਦਿਨ ਘੱਟੋ ਘੱਟ ਜੇ ਸਰਕਾਰਾਂ ਨੇ ਮਤਲਬ ਕੋਈ ਮਾਹੌਲ ਸ਼ਾਂਤ ਕਰਨਾ ਹੁੰਦਾ ਤਾਂ ਤੁਰੰਤ ਫੜ ਫੁੜ ਕੇ, ਤੇ ਇਹ ਤਾਂ ਹੈ ਨਹੀਂ ਕਿ ਉਹਦਾ ਪਤਾ ਨਹੀਂ ਲੱਗਦਾ ਜਾਂ ਕਿੱਥੇ ਹੈ, ਸਭ ਕੋਲ ਸਿਕਿਉਰਿਟੀ ਹੈ, ਸਭ ਦਾ ਮਾਮਲਾ ਹੈ, ਕਿਤੇ ਛੁਪ ਜਾਏਗਾ ਜਾਂ ਕੁਝ ਹੋ ਜਾਏਗਾ, ਤਾਂ ਐਵੇਂ ਵਾਧੂ ਦੀਆਂ ਗੱਲਾਂ ਨੇ। ਤੇ ਜਿਹੜੇ 15 ਬੰਦਿਆਂ ਦੇ ਖਿਲਾਫ ਹੈ ਉਹਨਾਂ 'ਚੋਂ ਕੁਝ ਤਾਂ ਫੜੇ ਹੋਏ ਦਿਖਾਈ ਦੇ ਰਹੇ ਨੇ, ਦੇਣੇ ਚਾਹੀਦੇ ਨਾ ਕਿ ਆਹ ਫੜੇ ਗਏ ਨੇ ਬੰਦੇ, ਸਾਡੀ ਕਾਰਵਾਈ ਚੱਲਦੀ ਹੈ ਤੇ ਅਸੀਂ ਉਸ ਪਾਸੇ ਵੱਲ ਚਲਾ ਰਹੇ ਹਾਂ। ਬਲਕਿ ਪੁਲਿਸ ਲਾ ਰੱਖੀ ਹੈ ਸਾਰੀ ਯੂਪੀ ਦੀ ਕਿ ਬਾਹਰੋਂ ਬੰਦੇ ਨਾ ਆ ਜਾਣ ਜੀ, ਆਲੇ ਦੁਆਲੇ ਬੰਦਿਆਂ ਨੂੰ ਰੋਕੋ, ਲੀਡਰਾਂ ਨੂੰ ਰੋਕੋ, ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਰੋਕੋ। ਤੁਸੀਂ ਸਾਰਾ ਜ਼ੋਰ ਇਸ ਗੱਲ 'ਤੇ ਲਾ ਰੱਖਿਆ। ਸਾਰਾ ਜ਼ੋਰ ਜੇਕਰ ਮੁੱਦਾ ਨਿਪਟਾਉਣ 'ਤੇ ਲਾਓ ਤਾਂ ਲੋਕਾਂ ਨੇ ਕੀ ਕਰਨਾ, ਜਾ ਕੇ ਲੋਕ ਆਪਣੇ ਆਪ ਆਪਣੇ ਘਰਾਂ ਨੂੰ ਮੁੜ ਜਾਣਗੇ। ਇਹਦੋਂ ਉਲਟ ਜਿਹੜੀ ਡਾਇਰੈਕਸ਼ਨ ਹੋ ਰਹੀ ਹੈ। ਅਜੇ ਵੀ ਇਹ ਲੱਗਦਾ ਕਿ ਬੀਜੇਪੀ ਜਾਂ ਜੋਗੀ ਸਰਕਾਰ ਜਾਂ ਈਵਨ ਪ੍ਰਾਈਮ ਮਿਨਿਸਟਰ ਲੈਵਲ 'ਤੇ, ਕਿਉਂਕਿ ਇਕੱਲੀ ਜੋਗੀ ਸਰਕਾਰ ਦਾ ਮਤਲਬ ਨਹੀਂ ਇਹ ਹੈ, ਇਹਦੇ 'ਚ ਇੱਕ ਯੂਨੀਅਨ ਮਿਨਿਸਟਰ ਸ਼ਾਮਲ ਹੈ ਜਾਂ ਉਹਦਾ ਪਰਿਵਾਰ ਸ਼ਾਮਲ ਹੈ, ਇਹਦਾ ਮਤਲਬ ਪੂਰੀ ਕੇਂਦਰ ਦੀ ਸਰਕਾਰ ਵੀ ਸ਼ਾਮਲ ਹੈ। ਉਸੇ ਦੇ ਵਿੱਚੋਂ ਇੱਕ ਇਹ ਮਾਈਂਡ ਸੈਟ ਝਲਕਦਾ, ਜਿਹੜੀ ਇੱਕ ਮਾਨਸਿਕਤਾ ਓਵਰਆਲ ਆਉਂਦੀ ਹੁੰਦੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਬਹਾਨੇ ਕੋਈ ਟਕਰਾਅ ਬਣਾ ਕੇ ਅੰਦੋਲਨ ਨੂੰ ਹਿੰਸਕ ਕਰਕੇ ਤੇ ਇਸ ਦੇ ਵਿੱਚੋਂ ਇਹਦੀ ਜਿਹੜੀ ਅਸਰ ਹੈ ਪੂਰੇ ਲੋਕਾਂ ਦੇ ਉੱਤੇ ਉਹਨੂੰ ਖਤਮ ਕਰਨਾ ਚਾਹੁੰਦੇ ਹੋ। ਇੱਕ ਹੋਰ ਗੱਲ ਵੀ ਜਿਹੜੀ ਬੜੀ ਵੱਡੀ ਕੀਤੀ ਗਈ ਹੈ ਇਹਨਾਂ ਨੇ ਕਿ ਪੰਜਾਬ ਦੇ ਸਾਰੇ ਲੋਕਾਂ ਦੇ ਜਾਣ 'ਤੇ ਪਾਬੰਦੀ ਲਾ ਦਿਓ। ਇਹ ਤਾਂ ਇੱਕ ਲੈਵਲ ਦਾ ਨਸਲੀ ਟਾਈਪ ਦਾ ਆਰਡਰ ਹੋ ਗਿਆ ਨਾ, ਇਹ ਹਿਊਮਨ ਰਾਈਟਸ ਦਾ ਆਰਡਰ ਨਹੀਂ, ਉਹ ਇੱਕ ਕਮਿਊਨਿਟੀ ਦੇ ਸਾਰੇ ਬੰਦਿਆਂ 'ਤੇ ਤੁਸੀਂ ਇਹ ਲਾ ਦੋਗੇ ਤਾਂ ਕੀ ਕਰਨਾ ਚਾਹੁੰਦੇ ਹੋ ਦੇਸ਼ 'ਚ। ਦੇਸ਼ ਦੇ ਵਿੱਚ ਫੰਡਾਮੈਂਟਲ ਰਾਈਟ ਦਾ ਜਿਹੜਾ ਕੁਐਸਚਨ ਹੈ, ਬੁਨਿਆਦੀ ਅਧਿਕਾਰਾਂ ਦਾ ਉਹ ਹੈ, ਅਤੇ ਇਹ ਸਾਰੇ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਲਾ ਰਹੇ ਹੋ, ਤਾਂ ਕੀ ਇਹ ਗੈਰ ਸੰਵਿਧਾਨਕ ਨਹੀਂ, ਗੈਰ ਕਾਨੂੰਨੀ ਨਹੀਂ ਹੈ? ਔਰ ਇੰਨੇ ਲੋਕ ਰੌਲਾ ਪਾ ਰਹੇ ਨੇ ਜੁਡੀਸ਼ਰੀ ਕਿੱਥੇ ਹੈ? ਜੁਡੀਸ਼ਰੀ ਮਾੜੇ ਮਾੜੇ ਕੰਮ 'ਚੋਂ ਕਹਿੰਦਾ ਮੈਂ ਸੂਮੋਟੋ ਲੈ ਲਿਆ, ਮੇਰੇ ਕੋਲ ਫਲਾਨਾ ਆ ਗਿਆ, ਮੇਰੇ ਕੋਲ ਫਲਾਨਾ ਆ ਗਿਆ। ਸਾਰਾ ਦੇਸ਼ ਤਰਾਹ ਕਰ ਰਿਹਾ, ਇੰਨੀਆਂ ਵੀਡੀਓਜ਼ ਆ ਗਈਆਂ, ਇੰਨਾ ਸੈਟਅਪ ਆ ਗਿਆ, ਤਾਂ ਘੱਟੋ ਘੱਟ ਉਹ ਹਿਊਮਨ ਰਾਈਟਸ ਕਮਿਸ਼ਨ ਕਿੱਥੇ ਹੈ ਜਿਹੜਾ ਕਿਸਾਨਾਂ ਨੂੰ ਨੋਟਿਸ ਕੱਢਦਾ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਕਿ ਤੁਹਾਡੇ ਜਾਂ ਬੈਠਣ ਨਾਲ ਲੋਕਾਂ ਨੂੰ ਐ ਪਰੇਸ਼ਾਨੀ ਆ ਰਹੀ ਹੈ, ਉਹਦਾ ਤਾਂ ਤੁਹਾਨੂੰ ਨੋਟਿਸ ਆ ਗਿਆ ਯਾਦ। ਅਤੇ ਐਂ ਦਰੜੇ ਜਾ ਰਹੇ ਨੇ ਬੰਦੇ, ਅਤੇ ਦਰੜੇ ਜਾ ਰਹੇ ਤੇ ਬੰਦਿਆਂ ਤੋਂ ਤੁਸੀਂ ਕੁਝ ਪੁੱਛ ਨਹੀਂ ਰਹੇ, ਅਤੇ ਉਹ ਕਿੱਥੇ ਹੈ? ਘੱਟ ਗਿਣਤੀ ਕਮਿਸ਼ਨ ਕਿੱਥੇ ਹੈ? ਜੇ ਤੁਸੀਂ ਕਹਿ ਵੀ ਰਹੇ ਹੋ ਤੇ ਕਿ ਉਹ ਜੀ ਲਾਲਪੁਰਾ ਬਣ ਗਿਆ ਤਾਂ ਪੰਜਾਬ ਨਾਲ ਸੰਬੰਧਿਤ ਹੈ ਨਾ, ਉਹਦੀ ਜ਼ੁਬਾਨ ਕਿਉਂ ਨਹੀਂ ਖੁੱਲ੍ਹ ਰਹੀ ਇਸ ਮਾਮਲੇ ਦੇ ਉੱਤੇ ਕਿ ਉਹ ਬੰਦੇ ਜਿਹੜੇ ਦਰੜੇ ਗਏ ਨੇ ਉਹ ਮਿਨੋਰਟੀ ਦਾ ਵੀ ਹਿੱਸਾ ਨੇ, ਘੱਟ ਗਿਣਤੀ ਦੇ ਵੀ ਸਾਰੇ ਸਵਾਲ ਨੇ। ਇਹ ਸਾਰੀਆਂ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਨੇ, ਜਿਹੜੀ ਉਹਨਾਂ ਦੀ ਖਾਮੋਸ਼ੀ ਹੈ, ਉਹ ਖਾਮੋਸ਼ੀ ਵੀ ਇੱਕ ਗੱਲ ਕਹਿ ਰਹੀ ਹੈ ਕਿ ਸਾਰੇ ਲੋਕ ਸੱਤਾ ਤੋਂ ਡਰਦੇ, ਪਾਵਰਫੁਲ ਬੰਦਿਆਂ ਤੋਂ ਡਰਦੇ ਖਾਮੋਸ਼ ਨੇ। ਅਤੇ ਇਸੇ ਕਰਕੇ ਉਹ ਪਾਵਰਫੁਲ ਬੰਦਾ ਇੰਨਾ ਪਾਵਰਫੁਲ ਹੋ ਜਾਂਦਾ, ਸੱਤਾ 'ਚ ਬੈਠਾ ਬੰਦਾ ਇੰਨਾ ਉਹਦੇ ਦਿਮਾਗ ਨੂੰ ਸੱਤਾ ਚੜ੍ਹ ਜਾਂਦੀ ਹੈ ਕਿ ਫਿਰ ਉਹ ਬਾਕੀ ਵੀ ਕਿਉਂ ਬੋਲ ਰਹੇ ਨੇ। ਜਦ ਅਸੀਂ ਸੰਸਥਾਵਾਂ ਬੋਲਣ ਤੋਂ ਬੰਦ ਕਰਤੀਆਂ, ਜਦ ਬਾਕੀ ਦੇ ਲੋਕ ਬੰਦ ਕਰਤੇ, ਇਹ ਮਾਨਸਿਕਤਾ ਦੇ ਤਹਿਤ ਅਜੇ ਤੱਕ ਇਹ ਮਾਮਲਾ ਉੱਥੇ ਫਸਿਆ ਹੋਇਆ ਹੈ। ਮੇਰਾ ਖਿਆਲ ਹੈ ਕਿ ਲੋਕਾਂ ਦਾ ਕਥਾਰਸਸ ਐਡੀ ਜਲਦੀ ਨਹੀਂ ਹੋ ਜਾਂਦਾ ਹੁੰਦਾ ਇੱਕ ਗੱਲ ਦੇ ਨਾਲ। ਹੌਲੀ ਹੌਲੀ ਇੱਕ ਐਡਾ ਵੱਡੀ ਘਟਨਾ ਵਾਪਰੀ ਹੈ, ਤੁਰੰਤ ਸ਼ਾਂਤ ਕਿਵੇਂ ਹੋ ਜਾਣਗੇ? ਅਜੇ ਉਹ ਪਰਿਵਾਰ ਦਾ ਤਾਂ ਸਵਾਲ ਅਲੱਗ ਗੱਲ ਹੈ, ਜਿਨ੍ਹਾਂ ਦੇ ਜੀ ਚਲੇ ਗਏ। ਬਹੁਤੇ 3 ਤਾਂ ਨੌਜਵਾਨ ਬੰਦੇ ਨੇ ਅਤੇ ਇੱਕ ਚਾਹੇ 60 ਸਾਲ ਦੇ ਨੇ, ਉਹ ਵੀ 60 ਸਾਲ ਵੀ ਅੱਜ ਕੱਲ੍ਹ ਕੋਈ ਇਸ ਲੈਵਲ ਦੀ ਉਮਰ ਨਹੀਂ। ਜਦੋਂ ਕਮਾਊ ਬੰਦਾ ਜਾਂਦਾ ਹੈ ਤਾਂ ਉਹਨਾਂ ਦੇ ਨਾਲ ਘੱਟੋ ਘੱਟ ਦੁੱਖ 'ਚ ਸ਼ਰੀਕ ਹੋਣਾ। ਜੇਕਰ ਪ੍ਰਧਾਨ ਮੰਤਰੀ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਇਹ ਕਹਿੰਦਾ ਵੀ ਚਲੋ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਚੱਲਦੇ ਆ, ਕੁਛ ਨਾ ਕੁਛ ਕਰਦੇ ਆ, ਤਾਂ ਬਲਮ ਲੱਗਦੀ ਹੈ ਨਾ ਜ਼ਖਮਾਂ 'ਤੇ ਜੀ। ਅਤੇ ਤੁਸੀਂ ਜਦੋਂ ਆਪਣੇ ਉਹੋ ਜਿਹੀ ਪ੍ਰੋਗਰਾਮ ਉਸੇ ਤਰੀਕੇ ਨਾਲ ਜਾਰੀ ਰੱਖਦੇ ਹੋ ਤਾਂ ਲੋਕਾਂ ਨੂੰ ਇੱਕ ਫੀਲਿੰਗ ਜਿਹੜੀ ਹੈ, ਸੋਚ ਇਹ ਜ਼ਰੂਰ ਆਉਂਦੀ ਹੈ ਕਿ ਤੁਸੀਂ ਸੰਵੇਦਨਹੀਣ ਹੋ, ਸੰਵੇਦਨਾ ਉਹਨਾਂ ਦੇ ਨਾਲ ਪ੍ਰਗਟ ਨਹੀਂ ਕਰ ਰਹੇ ਜੀ। ਹਮੀਰ ਸਿੰਘ ਜੀ, ਪ੍ਰਧਾਨ ਮੰਤਰੀ ਯੂਪੀ ਦੌਰੇ 'ਤੇ ਆਉਂਦੇ ਨੇ, ਉੱਥੇ ਕਈ ਪ੍ਰੋਜੈਕਟਾਂ ਦਾ ਜਿਹੜਾ ਹੈਗਾ ਐਲਾਨ ਕਰਨ ਦੀ ਗੱਲਾਂ ਕਰਦੇ ਨੇ, ਪਰ ਉਹਨਾਂ ਨੂੰ ਲਖੀਮਪੁਰ ਘਟਨਾ ਦੇ ਵਿੱਚ ਮ੍ਰਿਤਕਾਂ ਦੇ ਪਰਿਵਾਰ ਨਹੀਂ ਦਿਖਾਈ ਦਿੱਤੇ, ਮ੍ਰਿਤਕਾਂ ਦੇ ਜਿਹੜੀ ਹੈਗੀ ਕੋਈ ਗੱਲ ਨਹੀਂ ਕੀਤੀ। ਅਤੇ ਦੂਜੇ ਪਾਸੇ ਸੀਨੀਅਰ ਕਾਂਗਰਸੀ ਲੀਡਰ ਪ੍ਰਿੰਕਾ ਗਾਂਧੀ ਹੈ ਜਿਹੜੀ ਘਟਨਾ ਦੀ ਵੀਡੀਓ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੀ ਹੈ ਵੀ ਕਿ ਯੂਪੀ ਦੇ ਵਿੱਚ ਇੱਕ ਇਹ ਘਟਨਾ ਵੀ ਵਾਪਰੀ ਹੈ ਅਤੇ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ। ਤੁਸੀਂ ਇਸ ਨੂੰ ਕਿਵੇਂ ਦੇਖੋਗੇ? ਹਾਂ ਬਿਲਕੁਲ। ਇੱਕ ਤਾਂ ਉਹਦੇ 'ਚ ਕਾਰਨ ਇਹ ਹੈ ਵੀ ਜਦੋਂ ਨੈਸ਼ਨਲ ਮੀਡੀਆ 'ਤੇ ਜਿਹੜੀ ਮਾੜੀ ਮੋਟੀ ਟੋਨ ਬਦਲੀ ਹੈ, ਸ਼ਾਇਦ ਉਸ ਵੀਡੀਓ ਨਾਲ ਜ਼ਿਆਦਾ ਬਦਲੀ ਹੈ, ਜਿਹੜੀ ਉਹਨੇ ਆਪਣੀ ਵੀਡੀਓ ਕਲਿੱਪ ਪਾ ਕੇ ਇੱਕ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਤੋਂ, ਸਿੱਧੇ ਤੌਰ 'ਤੇ ਮੋਦੀ ਤੋਂ, ਕਿ ਤੁਹਾਡਾ ਉਹ ਬੰਦਾ ਜਿਹੜਾ ਜਾਂ ਗ੍ਰਿਫਤਾਰ ਕਿਉਂ ਨਹੀਂ ਹੈ, ਸਾਨੂੰ ਤੁਸੀਂ ਗ੍ਰਿਫਤਾਰ ਕਰਦੇ ਹੋ, ਜਾਂ ਉਹ ਹੋਮ ਮਿਨਿਸਟਰ ਕਿਉਂ ਹੈਗਾ ਹਜੇ, ਉਹਨੂੰ ਡਰੋਪ ਕਿਉਂ ਨਹੀਂ ਕੀਤਾ, ਤੁਸੀਂ ਯੂਪੀ 'ਚ ਆ ਰਹੇ ਹੋ, ਇਹਨਾਂ ਸਵਾਲਾਂ ਦਾ ਜਵਾਬ ਲੈ ਕੇ ਆਉਣਾ, ਤੁਹਾਨੂੰ ਲਖੀਮਪੁਰ ਦੇ ਬੰਦੇ ਕਿਉਂ ਨਹੀਂ ਦੇਖ ਰਹੇ। ਉਦੋਂ ਬਾਅਦ ਦਾ ਇੱਕ ਦੌਰ ਜਿਹਾ ਚਲਾਇਆ, ਉਹ ਬਿਲਕੁਲ ਉਹ ਵੀਡੀਓ ਇਸ ਲੈਵਲ ਦੀ ਵੀਡੀਓ ਹੈ ਜਿੱਥੇ ਸਾਰੇ ਪਿੱਛੋਂ ਵੱਜਦੀ ਗੱਡੀ ਦਿਖ ਰਹੀ ਹੈ ਉਸ ਲੈਵਲ 'ਤੇ। ਹੁਣ ਤਾਂ ਹੋਰ ਵੀ ਕਿੰਨੀਆਂ ਆ ਗਿਆ, ਉਹ ਬੰਦਾ ਵੀ ਭੱਜਦਾ ਦਿਖ ਰਿਹਾ ਹੈ, ਹੋਰ ਕਿੰਨੀਆਂ ਚੀਜ਼ਾਂ ਸਾਡੇ ਸਾਹਮਣੇ ਦਿਖਾਈ ਦੇ ਰਹੀਆਂ ਨੇ ਉਹਨਾਂ ਮਾਮਲਿਆਂ ਦੇ ਵਿੱਚ। ਅਤੇ ਬਿਨਾਂ ਸ਼ੱਕ ਤੁਸੀਂ
ਕਿਹੜੀ ਗੱਲ ਦੇ ਕਰਕੇ ਲੋਕਾਂ ਨੂੰ ਰੋਕ ਰਹੇ ਹੋ ਹਮਦਰਦੀ ਪ੍ਰਗਟ ਕਰਨ ਤੋਂ? ਕੋਈ ਜੇ ਤਾਂ ਹਜੂਮ ਲੈ ਕੇ ਜਾਂਦਾ ਹੈ, ਜੇ ਕੋਈ ਬੰਦਾ ਤਾਂ ਇਹ ਹੈ ਕਿ ਬਹੁਤ ਵੱਡਾ ਇਕੱਠ ਕਰਕੇ ਲਿਜਾ ਰਿਹਾ ਉੱਥੇ ਦੰਗਾ ਕਰਾ ਦੂਗਾ। ਜੇ ਬੰਦਾ 4 ਬੰਦੇ ਜਾ ਰਹੇ ਨੇ ਉੱਥੇ ਹਮਦਰਦੀ ਪ੍ਰਗਟ ਕਰਨਗੇ, ਆਪਣੀ ਗੱਲ ਕਹਿ ਕੇ ਆ ਜਾਣਗੇ, ਤਾਂ ਇਹ ਕਿਹੜਾ ਦੇਸ਼ ਦਾ ਕਾਨੂੰਨ ਹੈ ਕਿ ਤੁਸੀਂ ਇਹ ਰੋਕ ਦੋਗੇ? ਇਹਦਾ ਮਤਲਬ ਬੰਦਿਆਂ ਨੂੰ ਇਕੱਲੇ ਛੱਡ ਦੋਗੇ ਤੁਸੀਂ, ਜਿਨ੍ਹਾਂ ਨਾਲ ਦੁਰਘਟਨਾ ਵਾਪਰੀ ਹੈ, ਜਿਨ੍ਹਾਂ ਨੂੰ ਹਮਦਰਦੀ ਦੀ ਲੋੜ ਹੈ। ਤੁਸੀਂ ਹਮਦਰਦੀ ਪ੍ਰਗਟ ਕਰ ਨਹੀਂ ਰਹੇ। ਜੇ ਕੋਈ ਹੋਰ ਜਾ ਰਿਹਾ ਤੇ ਉਹਨੂੰ ਤੁਸੀਂ ਜਾਣ ਨਹੀਂ ਦੇ ਰਹੇ। ਇਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਸਾਡੇ ਦੇਸ਼ ਦੀ ਇਸ ਸੱਤਾ 'ਤੇ ਹੈ। ਔਰ ਮੈਨੂੰ ਲੱਗਦਾ ਕਿ ਇੰਨਾ ਤਾਂ ਸ਼ਾਇਦ ਅੰਗਰੇਜ਼ਾਂ ਨੇ ਵੀ ਘੱਟੋ ਘੱਟ ਇੱਕ ਕਮਿਸ਼ਨ ਬਣਾਤਾ ਸੀ ਜਲਿਆਂਵਾਲੇ ਬਾਗ ਤੋਂ ਬਾਅਦ, ਤੇ ਕਮਿਸ਼ਨ ਬਣਾ ਕੇ ਇੱਕ ਇੰਡਾਈਟ ਕਰਤਾ ਸੀ। ਉਹਨਾਂ ਬੰਦਿਆਂ ਨੂੰ, ਜਿਹੜੇ ਬੰਦੇ ਮਾਰੇ ਗਏ ਸੀ, ਉਹਨਾਂ ਨੂੰ ਕੰਪਨਸੇਸ਼ਨ ਦੇਣ ਦੀ ਵੀ ਗੱਲ ਕੀਤੀ। ਤਾਂ ਬ੍ਰਿਟਿਸ਼ ਵੀ ਕਰਦਾ ਸੀ ਜੀ, ਅੰਗਰੇਜ਼ ਸਰਕਾਰ ਨੇ ਵੀ ਕੀਤੇ ਉਸ ਪੱਧਰ ਦੇ ਉੱਤੇ। ਤੁਸੀਂ ਤਾਂ ਉਸ ਲੈਵਲ 'ਤੇ ਵੀ ਜਾਣ ਲਈ ਤਿਆਰ ਨਹੀਂ ਹੋ, ਮਤਲਬ ਉਹਨਾਂ ਕੁ ਵੀ ਕਰਨੀ। ਫਿਰ ਤੁਸੀਂ ਕਹਿੰਦੇ ਹੋ ਇਹ ਸਾਡੀ ਸਰਕਾਰ ਹੈ, ਸਾਡੀ ਚੁਣੀ ਹੋਈ ਹੈ, ਡੈਮੋਕ੍ਰੇਸੀ ਹੈ। ਤੁਹਾਡੇ ਲਈ ਤਾਂ ਇਹ ਸਭ ਤੋਂ, ਮੈਨੂੰ ਲੱਗਦਾ ਸਭ ਕੁਝ ਛੱਡ ਛਡਾ ਕੇ ਜੇਕਰ ਪ੍ਰਧਾਨ ਮੰਤਰੀ ਮੇਨ ਉਸੇ 'ਤੇ ਗੱਲ ਕਰਦੇ ਤਾਂ ਇਹ ਜ਼ਿਆਦਾ ਮਹੱਤਵਪੂਰਨ ਹੁੰਦਾ। ਇਹ ਜਿਹੜੇ ਬਾਕੀ ਦੀਆਂ ਚੀਜ਼ਾਂ ਨੇ, ਚਾਬੀਆਂ ਦੇਣੀਆਂ, ਜੇ ਉਹ ਕਰਨੀਆਂ, ਇਹ ਕੋਈ ਹੋਰ ਦੇ ਦਿੰਦਾ। ਰਾਜਾਸ਼ਾਹੀ ਵਾਲਾ ਕੰਮ ਜਿਹੜਾ ਹੈ ਨਾ, ਮਹਾਰਾਜੇ ਅੱਗੇ ਆ ਕੇ ਡੋਨੇਟ ਕਰਦੇ ਸੀ, ਇਹ ਵੈਸੇ ਹੀ ਗੈਰ ਜਮਹੂਰੀ ਤਰੀਕਾ ਹੈ ਕਿ ਤੁਸੀਂ ਲੋਕਾਂ ਨੂੰ ਇਹ ਕੋਸ਼ਿਸ਼ ਕਰਦੇ ਮੈਂ ਗਰੀਬਾਂ ਨੂੰ ਵੰਡ ਤੇ ਜੀ। ਗਰੀਬਾਂ ਸਿਰ ਅਹਿਸਾਨ ਕਰ ਰਹੇ, ਉਹਨਾਂ ਦਾ ਰੋਲ, ਉਹਨਾਂ ਦਾ ਸਟੇਕ ਨਹੀਂ ਹੈ ਕੰਟਰੀ 'ਚ, ਉਹਨਾਂ ਦਾ ਦੇਸ਼ ਦੇ ਵਿੱਚ ਹਿੱਸਾ ਨਹੀਂ ਹੈ। ਉਹਨਾਂ ਨੂੰ ਨੋਰਮਲੀ ਘਰ ਕਿਉਂ ਨਹੀਂ ਮਿਲ ਜਾਂਦੇ? ਅਤੇ ਜਿਨ੍ਹਾਂ ਬੰਦੇ ਤੋਂ ਤੁਹਾਡੇ ਤੋਂ ਲੱਖਾਂ ਕਰੋੜਾਂ ਲੈ ਕੇ ਚਲੇ ਗਏ, ਜਿਹੜੇ ਕਾਰਪੋਰੇਟ ਵਾਲੇ ਅਤੇ ਬਾਕੀ ਦੇ, ਉਹਨਾਂ ਨਾਲ ਤਾਂ ਤੁਸੀਂ ਗੱਲ ਬੱਕੜੀ ਪਾਉਂਦੇ ਹੋ। ਕਦੇ ਨਹੀਂ ਸੁਣਿਆ ਤੁਸੀਂ ਉਹਨੂੰ ਚੈੱਕ ਦੇਣ ਜਾਂਦੇ ਹੋ ਕਿ ਤੇਰਾ ਅਸੀਂ ਮਾਫ਼ ਕਰਤਾ ਜੀ। ਉਹਨਾਂ ਦਾ ਤਾਂ ਵੈਸੇ ਮਾਫ਼ ਕਰ ਦਿੰਦੇ ਹੋ। ਇਸ ਵਾਸਤੇ ਉਹਨਾਂ ਦੇ ਛੋਟੀ ਜਿਹੀ ਇੱਕ ਟ੍ਰੈਜਡੀ ਵੀ ਤੁਹਾਨੂੰ ਦੁੱਖ ਦਿੰਦੀ ਹੈ, ਚਲੇ ਜਾਂਦੇ ਹੋ। ਅਤੇ ਗਰੀਬ ਆਦਮੀ ਦੇ ਨੌਜਵਾਨ ਪੁੱਤਾਂ ਦੀ ਜਾਂ ਨੌਜਵਾਨ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ, ਤਾਂ ਵੀ ਸੰਵੇਦਨਸ਼ੀਲ। ਇਹ ਸਵਾਲ ਠੀਕ ਉਠਾਏ ਜਾ ਰਹੇ ਨੇ ਪੋਲੀਟੀਕਲੀ। ਔਰ ਸਿਆਸੀ ਪਾਰਟੀਆਂ ਜੇਕਰ ਹੋਰ ਵਧੀਆ ਢੰਗ ਦੇ ਨਾਲ ਇਕਜੁੱਟ ਹੋ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਵੱਡੇ ਤੌਰ 'ਤੇ ਮੁੱਦਾ ਆਪਣੇ ਫਰੰਟਾਂ ਤੋਂ ਉਠਾਉਣਗੀਆਂ, ਤਾਂ ਸ਼ਾਇਦ ਸਰਕਾਰ ਨੂੰ ਜਵਾਬ ਦੇਣਾ ਪਏਗਾ ਜ਼ਿਆਦਾ। ਇਸ ਅੰਦੋਲਨ ਦਾ ਦਬਾਅ ਤਾਂ ਹੈ ਹੀ ਹੈ, ਇਹਦੇ ਨਾਲ ਸਿਆਸੀ ਦਬਾਅ ਵੀ ਜੇਕਰ ਪੈਂਦਾ ਤਾਂ ਸਰਕਾਰਾਂ ਸ਼ਾਇਦ ਮਜਬੂਰ ਹੋਣ। ਜਿਵੇਂ ਪਹਿਲਾਂ ਵੀ ਕਈ ਲੋਕਾਂ ਨੇ ਕਿਹਾ, ਮਮਤਾ ਬੈਨਰਜੀ ਨੇ ਪਹਿਲਾਂ ਚਿੱਠੀ ਲਿਖੀ, ਫਿਰ ਨੀਟ ਦੇ ਮੁੱਦੇ ਨੂੰ ਲੈ ਕੇ ਸਟਾਲਨ ਨੇ ਚਿੱਠੀ ਲਿਖੀ 12 ਮੁੱਖ ਮੰਤਰੀਆਂ ਨੂੰ ਜਿਹੜੇ ਗੈਰ ਬੀਜੇਪੀ ਨੇ। ਅਤੇ ਹੁਣ ਜੇਕਰ ਸ਼ਿਵ ਸੈਨਾ ਵਾਲੇ ਬੰਦੇ ਇਹ ਕਹਿ ਰਹੇ ਨੇ ਕਿ ਆਪਾਂ ਨੂੰ ਇਕੱਠੇ ਹੋ, ਤਾਂ ਇੱਕ ਮਾਹੌਲ ਬਣ ਰਿਹਾ ਕਿ ਕੁਝ ਨਾ ਕੁਝ ਕਰਨ ਦਾ ਕੁਐਸਚਨ ਹੈ ਇਸ ਸਾਰੇ ਮਾਮਲੇ ਦੇ ਵਿੱਚ। ਨਹੀਂ ਤਾਂ ਇੰਨੀ ਖੁੱਲ੍ਹੀ ਛੁੱਟ ਨਹੀਂ ਦਿੱਤੀ ਜਾ ਸਕਦੀ ਕਿ ਤੁਸੀਂ ਕਤਲੇਆਮ ਵੀ ਕਰ ਲਓ ਅਤੇ ਹਮਦਰਦੀ ਦੇ 2 ਬੋਲ ਵੀ ਨਾ ਬੋਲੋ। ਬੀਜੇਪੀ ਦੇ ਸਪੋਕਸਪਰਸਨ ਅੱਜ ਵੀ ਜਿਹੜੇ ਮੀਡੀਆ 'ਤੇ ਬੈਠ ਕੇ ਕਹਿ ਰਹੇ ਨੇ ਕਿ ਦੇਖੋ ਜੀ ਅਸੀਂ ਕਰਤਾ, 45 ਲੱਖ ਦੇਤਾ, 10 ਲੱਖ ਦੇਤਾ, ਇਹ ਤਾਂ ਕੋਈ ਗੱਲ ਨਹੀਂ, ਸਾਜ਼ਿਸ਼ ਦਾ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ। ਔਰ ਜੇ ਕਿਹਾ ਜਾਂਦਾ ਕਿ ਤੁਹਾਡੇ ਵਾਲੇ ਪਾਸੇ ਜੇਕਰ ਇਹ ਗੱਲ ਵਾਪਰ ਜਾਂਦੀ ਹੈ ਕਦੇ ਵੀ, ਤੁਸੀਂ ਐਵੇਂ ਹੀ ਕਰਦੇ ਜੀ, ਤੁਸੀਂ ਇਸੇ ਤਰੀਕੇ ਨਾਲ ਗੱਲ ਕਰਦੇ। ਔਰ ਇਹ ਕਦੇ ਇਹ ਸੰਭਵ ਨਹੀਂ ਹੁੰਦਾ। ਅਤੇ ਤੁਸੀਂ ਜਦੋਂ ਬੰਗਾਲ ਦੇ ਵਿੱਚ ਚੋਣਾਂ ਤੋਂ ਬਾਅਦ ਤੁਸੀਂ ਆਪਣੀ ਕੇਂਦਰੀ ਹੋਮ ਮਿਨਿਸਟਰਾਂ ਦੇ ਤਾਕਤ ਨੂੰ ਵਰਤ ਕੇ, CRPS BSF ਨੂੰ ਵਰਤ ਕੇ ਤੁਸੀਂ ਇੱਥੋਂ ਟੋਲੀ ਭੇਜਦੇ ਹੋ ਵੀ ਉੱਥੇ ਬੰਦੇ ਪਤਾ ਨਹੀਂ ਮਰ ਗਏ, ਕਿੰਨੇ ਮਰੇ ਕਿੰਨੇ ਨਹੀਂ, ਉਹ ਵੀ ਗਲਤ ਗੱਲ ਹੈ ਜੇ ਉਹਦੇ 'ਚ ਮਰਦੇ ਨੇ। ਪਰ ਜੇ ਤੁਸੀਂ ਜ਼ਬਰਦਸਤੀ ਜਾ ਕੇ ਉੱਥੇ ਤੱਕ ਚਲੇ ਜਾਂਦੇ ਹੋ, ਤਾਂ ਇਹ ਰਾਈਟ ਦੂਜਿਆਂ ਦਾ ਕਿਉਂ ਨਹੀਂ ਹੈ ਇੱਥੇ ਘੱਟੋ ਘੱਟ ਇਹਨਾਂ ਥਾਵਾਂ ਦੇ ਵਿੱਚ ਜਾਣ ਦਾ? ਇਸ ਗੱਲ ਨੂੰ ਸੋਚਣ ਦਾ ਹੀ ਸਵਾਲ ਹੈ। ਲੋਕਾਂ ਤੱਕ ਵੀ ਇਹ ਗੱਲ ਜਿੰਨੀ ਜ਼ਿਆਦਾ ਜਾਏਗੀ, ਜਿੰਨੀ ਪਬਲਿਕ ਓਪੀਨੀਅਨ ਜ਼ਿਆਦਾ ਮਿਲੇਗੀ। ਔਰ ਖ਼ਾਸ ਤੌਰ 'ਤੇ ਜਿਹੜਾ ਗੋਦੀ ਮੀਡੀਆ ਦਾ ਕਨਸੈਪਟ ਆ, ਉਹ ਬੜਾ ਖਤਰਨਾਕ। ਜਦੋਂ ਐਂਕਰ ਬੈਠਾ ਕਰਦਾ ਕਿ ਸ਼ਾਇਦ ਇਹ ਪੋਲੀਟੀਕਲ ਟੂਰਿਜ਼ਮ ਤਾਂ ਨਹੀਂ ਹੋ ਰਿਹਾ, ਹੁਣ ਤੁਸੀਂ ਜਾ ਕਿਵੇਂ ਰਹੇ ਹੋ, ਹੋਰ ਘਟਨਾਵਾਂ ਵਾਪਰਦੀਆਂ ਨੇ, ਹੋਰ ਇਹੋ ਜਿਹੀ ਟ੍ਰੈਜਿਕ ਘਟਨਾਵਾਂ ਵਾਪਰਦੀਆਂ ਨੇ। ਜਿਹੜੇ ਕੋਈ ਜਾਂਦੇ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ। ਕਿੰਨੇ ਰੇਪ ਕੇਸ ਹੋਏ ਨੇ, ਉਦੋਂ ਵੀ ਤੁਸੀਂ ਜਾਣ ਨਹੀਂ ਦਿੰਦੇ, ਅੱਜ ਵੀ ਤੁਸੀਂ ਜਾਣ ਨਹੀਂ ਦਿੰਦੇ। ਇਹ ਬੇਹੂਦਾ ਸਵਾਲ ਕੋਈ ਕੁਰਸੀ 'ਤੇ ਬੈਠ ਕੇ ਕਰਨਾ, ਬੰਦਿਆਂ ਦੀਆਂ ਜਾਨਾਂ ਗਈਆਂ ਨੇ, ਦਰਦਨਾਕ ਅਤੇ ਖੌਫਨਾਕ ਮੰਜ਼ਰ ਹੈ। ਅਤੇ ਤੁਸੀਂ ਇਸ ਲੈਵਲ ਦੇ ਕੁਐਸਚਨਿੰਗ 'ਤੇ ਜਦੋਂ ਆਉਂਦੇ ਹੋ, ਤਾਂ ਇਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਵੀ ਜਿਵੇਂ ਤੋਤਾ ਰੱਟ 'ਚ ਬਿਠਾਏ ਹੋਏ ਬੰਦੇ ਹੋ, ਤੁਹਾਡਾ 'ਚ ਜਿਹੜੀ ਸੈਂਸਿਟੀਵਿਟੀ ਹੈ ਜਾਂ ਸੰਵੇਦਨ ਹੈ ਉਹ ਨਹੀਂ ਹੈ, ਅਤੇ ਉਹ ਮਤਲਬ ਸਾਈਡ 'ਤੇ ਰੱਖੀ ਹੋਈ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਇਸ ਲਈ ਲੋਕਾਂ ਦੀਆਂ ਨਜ਼ਰਾਂ ਉਹਨਾਂ ਬਾਰੇ ਵੀ ਨੇ, ਅਤੇ ਲੋਕਾਂ ਦੀਆਂ ਨਜ਼ਰਾਂ ਸਾਰੇ ਬਾਰੇ ਨੇ। ਜਦੋਂ ਪੂਰਾ ਅੰਦੋਲਨ ਚੱਲ ਰਿਹਾ ਹੁੰਦਾ ਤਾਂ ਹਰ ਖੇਤਰ ਦੇ ਵਿੱਚ ਉਹ ਬੰਦੇ ਨੋਟ ਕੀਤੇ ਜਾਂਦੇ ਨੇ ਕਿ ਆਹ ਬੰਦੇ ਸਾਡੇ ਨਾਲ ਉਸ ਸਮੇਂ ਨਹੀਂ ਖੜ੍ਹੇ ਜਦੋਂ ਲੋੜ ਸੀ ਜੀ। ਹਮੀਰ ਜੀ, ਲਖੀਮਪੁਰ ਘਟਨਾ 'ਚ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਜਿਹੜਾ ਹੈਗਾ ਸਿਆਸੀ ਪਾਰਟੀਆਂ ਦੇ ਆਗੂ ਹੀ ਨਹੀਂ, ਸਮਾਜਿਕ ਆਗੂ ਵੀ ਜਿਹੜੇ ਉੱਥੇ ਪਹੁੰਚ ਰਹੇ ਨੇ। ਅਤੇ ਯੂਪੀ ਸਰਕਾਰ ਵੱਲੋਂ ਸਿਰਫ ਪੰਜਾਬ ਦੇ ਲੋਕਾਂ ਦੀ ਨਹੀਂ, ਹੋਰ ਦੇਸ਼ ਭਰ ਦੇ ਜਿਵੇਂ ਛੱਤੀਸਗੜ੍ਹ ਤੋਂ ਮੁੱਖ ਮੰਤਰੀ ਗਏ ਉਹਨਾਂ ਨੂੰ ਵੀ ਰੋਕਿਆ ਗਿਆ, ਹੋਰ ਵੀ ਵੱਖ-ਵੱਖ ਥਾਵਾਂ ਤੋਂ ਆਗੂ ਪਹੁੰਚ ਰਹੇ ਨੇ, ਉਹਨਾਂ ਨੂੰ ਰੋਕਿਆ ਜਾ ਰਿਹਾ। ਤੁਸੀਂ ਇਸ ਨੂੰ ਕਿਵੇਂ ਦੇਖੋਗੇ?
ਨਹੀਂ, ਬਿਲਕੁਲ ਰੋਕਣਾ ਗੈਰ ਵਾਜਿਬ ਹੈ ਔਰ ਜਾਣਾ ਚੰਗਾ, ਕਿਉਂਕਿ ਐਡਾ ਵੱਡੀ ਟ੍ਰੈਜਡੀ ਹੈ। ਲੋਕ ਮਿਲਣਗੇ, ਇੱਕ ਦੂਜੇ ਨਾਲ ਸਾਂਝ ਪਾਉਣਗੇ, ਕਿਸੇ ਨੂੰ ਥੋੜਾ ਜਿਹਾ ਹਮਦਰਦੀ ਦੇਣਗੇ। ਨਾਰਮਲੀ ਭਾਰਤ ਦੇ ਵਿੱਚ ਸਾਡੇ ਇੱਕ ਕਲਚਰ ਹੈ ਕਿ ਜਿਹੜਾ ਅਸੀਂ ਭੋਗ ਰੱਖਦੇ ਹਾਂ ਵੀ 8 ਦਿਨ ਬਾਅਦ ਜਾਂ 12, ਕੋਈ ਕਿੰਨੇ ਅਲੱਗ-ਅਲੱਗ ਧਰਮਾਂ ਦੇ ਵਿੱਚ ਅਲੱਗ-ਅਲੱਗ ਸਿਸਟਮ ਹੈ। ਉਹ ਕਥਾਰਸਜ ਕਰਾਉਣ ਦਾ ਹੀ ਹੈ। ਲੋਕ ਉਹਨਾਂ ਦੇ ਘਰ ਆ ਕੇ ਬੈਠਦੇ ਨੇ, ਰਿਸ਼ਤੇਦਾਰ ਆਉਂਦੇ ਨੇ, ਦੋਸਤ ਮਿੱਤਰ ਆਉਂਦੇ ਨੇ, ਲੋਕ ਗੱਲ ਕਰਦੇ ਨੇ, ਹੌਸਲਾ ਬਣਾਉਂਦੇ ਨੇ, ਅਸੀਂ ਤੁਹਾਡੇ ਨਾਲ ਆ, ਤੁਸੀਂ ਇਕੱਲੇ ਨਹੀਂ ਹੋ। ਜਿਨ੍ਹਾਂ ਦਾ ਘਰੋਂ ਬਿਲਕੁਲ ਚਲਾ ਜਾਂਦਾ ਨੌਜਵਾਨ ਬੱਚੇ, ਤਾਂ ਉਹਨਾਂ ਨੂੰ ਬਹੁਤ ਲੋੜ ਹੁੰਦੀ ਆ ਉਸ ਸਮੇਂ ਨਾਲ ਖੜੇ ਹੋਣ ਦੀ ਸਮਾਜ ਨੂੰ। ਤੇ ਜੇ ਇਹ ਚੀਜ਼ਾਂ ਤੁਸੀਂ ਨਹੀਂ ਉਸ ਲੈਵਲ ਤੇ, ਤਾਂ ਲੋਕਾਂ ਨੂੰ ਜਾਣਾ ਪਏਗਾ। ਇਹ ਤਾਂ ਉਹੀ ਹਾਲ ਹੋ ਗਿਆ ਕਿ ਜਦੋਂ ਮਤਲਬ ਘਰ ਇੱਥੇ ਸ਼ਹੀਦ ਭਗਤ ਸਿੰਘ ਹੋਣਾ ਨੂੰ ਫਾਂਸੀ ਦਾ ਹੁਕਮ ਸੁਣਾਇਆ, ਪਹਿਲੀ ਰਾਤ ਇਹ ਲੋਕਾਂ ਦੇ ਡਰ ਤੋਂ ਜਾ ਕੇ ਤੁਸੀਂ ਸੰਸਕਾਰ ਕਰ ਦਿੰਦੇ ਹੋ, ਲਿਜਾ ਕੇ ਲੋਕ ਮਗਰ ਭੱਜਦੇ ਨੇ, ਲੋਕ ਇਕੱਠੇ ਹੁੰਦੇ ਨੇ ਡੈੱਡ ਬਾਡੀ ਲੈਣ ਦੇ, ਲਾਸ਼ਾਂ ਲੈਣ ਦੇ ਵਾਸਤੇ। ਤੇ ਤੁਹਾਡਾ ਤੇ ਉਹਨਾਂ ਦਾ ਕੋਈ ਫਰਕ ਹੀ ਨਹੀਂ ਹੈ। ਫਿਰ ਤਾਂ ਤੁਸੀਂ ਲੋਕਾਂ ਨੂੰ ਇਹ ਕਹਿ ਨਹੀਂ ਰਹੇ ਕਿ ਤੁਸੀਂ ਜਾ ਕੇ ਡੈਮੋਕ੍ਰੇਸੀ ਆਪਣਾ, ਕੋਈ ਗੱਲ ਨਹੀਂ, ਪਰ ਇਹ ਮਤਲਬ ਜ਼ਰੂਰੀ ਹੈ ਕਿ ਹਿੰਸਾ ਨਾ ਹੋਵੇ। ਤੇ ਕੌਣ ਹਿੰਸਾ ਕਰਦਾ ਹੈ? ਕੀ ਇਸ ਸਮੇਂ ਦੇ ਦੌਰਾਨ ਪੂਰੇ ਅੰਦੋਲਨ ਦੇ 1 ਸਾਲ ਤੋਂ ਬਾਅਦ ਵੀ ਕੋਈ ਹਿੰਸਕ ਘਟਨਾ ਹੋਈ ਹੈ? ਜੀ। ਐਡੀ ਵੱਡੀ ਟ੍ਰੈਜਡੀ ਤੋਂ ਬਾਅਦ ਵੀ ਯੂਪੀ ਦੇ ਵਿੱਚ ਜਿੱਡਾ ਵੱਡਾ ਅੰਦੋਲਨ ਹੈ, ਜਿੰਨਾ ਹਜ਼ਾਰਾਂ ਕਿਸਾਨ ਉੱਥੇ ਇਕੱਠਾ ਹੋ ਗਿਆ ਸੀ, ਉਹ ਅੱਧੇ ਬੀਜੇਪੀ ਦੇ ਘਰਾਂ ਨੂੰ ਅੱਗ ਲਾ ਸਕਦਾ ਸੀ ਜੇਕਰ ਐਸੇ ਤਰੀਕੇ ਦਾ ਹੁੰਦਾ। ਜੇ ਉਹ ਹਿੰਸਕ ਭੀੜ ਹੁੰਦੀ ਤਾਂ ਭੀੜ ਕੁਝ ਵੀ ਕਰ ਸਕਦੀ ਉਸ ਮੌਕੇ। ਕਿੰਨੀ ਕੁ ਪੁਲਿਸ ਕੀ ਕਰਦੀ, ਕਿੰਨੇ ਕੁ ਬੰਦੇ ਮਾਰ ਦਿੰਦੀ। ਇਹ ਅੰਦੋਲਨ ਦੀ ਆਪਣੀ ਤਾਸੀਰ ਹੈ ਇਹੋ ਜਿਹੀ ਕਿ ਇਹਨੇ ਸ਼ਾਂਤਮਈ ਰਹਿਣਾ ਔਰ ਸ਼ਾਂਤਮਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਭੀੜ ਹਜੂਮ ਨਹੀਂ ਹੈ ਉਸ ਕਿਸਮ ਦਾ ਜਿਹਾ ਤੁਸੀਂ ਹਜੂਮੀ ਹਿੰਸਾ ਦੀ ਗੱਲ ਕਰਦੇ ਹੋ। ਤੇ ਜਿਹੜਾ ਵੀ ਬੰਦਾ ਆਇਆ, ਇਸ ਕਰਕੇ ਸ਼ਾਂਤਮਈ ਰੋਕਣਾ। ਇੱਥੋਂ ਵੀ ਆਮ ਆਦਮੀ ਪਾਰਟੀ ਦਾ ਵਫਦ ਵੀ ਗਿਆ ਔਰ ਇੱਥੋਂ ਪੰਜਾਬ ਦੇ ਦੂਜੇ ਕਾਂਗਰਸੀ ਬੰਦੇ ਵੀ ਗਏ, ਜਾਂ ਉਧਰੋਂ ਜਿਹੜਾ ਬਘੇਲ ਆਏ ਸੀਗੇ ਚੀਫ ਮਿਨਿਸਟਰ ਛੱਤੀਸਗੜ੍ਹ ਦੇ, ਉਹਨਾਂ ਨੂੰ ਵੀ ਰੋਕਿਆ। ਪੰਜਾਬੀ ਤਾਂ ਹਰ ਇੱਕ ਨੂੰ ਰੋਕਣ ਦਾ ਉਹਨਾਂ ਨੇ ਗੱਲ ਕਰਤੀ। ਉੱਥੋਂ ਲੋਕਲ ਵੀ ਜਿਹੜੇ ਲੋਕ ਹੋਰ ਜਾਂਦੇ ਨੇ ਹਮਦਰਦੀ ਦੇ ਵਜੋਂ, ਉਹਨਾਂ ਨੂੰ ਵੀ ਤੁਸੀਂ ਆਉਣ ਨਹੀਂ ਦੇ ਰਹੇ। ਮੇਰਾ ਖਿਆਲ ਹੈ ਇਹੋ ਜਿਹੀ ਚੀਜ਼ ਸਗੋਂ ਸੰਕਟ ਨੂੰ ਵਧਾਉਂਦੀ ਹੈ। ਸੰਕਟ ਨੂੰ ਹੱਲ ਕਰਨ ਦੀ ਬਜਾਏ ਗੌਰਮੈਂਟਾਂ ਨੂੰ ਇਹਨਾਂ ਪਾਰਟੀਆਂ ਨਾਲ ਵੀ ਸਗੋਂ ਗੱਲ ਕਰਨੀ ਚਾਹੀਦੀ ਸੀ ਵੀ ਇਹ ਮਾਮਲਾ ਤਾਂ ਹੋ ਗਿਆ, ਤੁਸੀਂ ਦੱਸੋ ਕੀ ਕਰੀਏ, ਆਹ ਐਕਸ਼ਨ ਅਸੀਂ ਲੈਂਦੇ ਹਾਂ। ਔਰ ਇਸ ਐਕਸ਼ਨ ਤੋਂ ਬਾਅਦ ਹੁਣ ਆਪਾਂ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰੀਏ ਤੇ ਇਸ ਤੋਂ ਬਾਅਦ ਅਗਲੀ ਗੱਲ ਕਰੀਏ। ਮਾਮਲੇ ਤਾਂ ਨਿਪਟਦੇ ਨੇ, ਮਾਮਲੇ ਇਸ ਢੰਗ ਨਾਲ ਥੋੜ੍ਹੀ ਨਿਪਟਦੇ ਨੇ। ਜੀ ਹਮੀਰ ਜੀ, ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ 10 ਮਹੀਨੇ ਪਹਿਲਾਂ ਸੰਘਰਸ਼ ਸ਼ੁਰੂ ਕੀਤਾ। ਉਹ ਲਗਾਤਾਰ ਚੱਲ ਰਿਹਾ, ਬੜੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ। ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਚਾਹੇ ਕਰਨਾਲ ਘਟਨਾ ਹੋਵੇ, ਚਾਹੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਦਰਜ ਕੀਤੇ ਕੇਸ ਵਾਪਸੀ ਦੀ ਗੱਲ ਹੋਵੇ, ਕਈ ਘਟਨਾਵਾਂ ਵਾਪਰਦੀਆਂ ਨੇ। ਸਰਕਾਰਾਂ ਨੂੰ ਕਿਸਾਨਾਂ ਦੀ ਗੱਲਾਂ ਮੰਨਣੀਆਂ ਪੈਂਦੀਆਂ, ਸਰਕਾਰਾਂ ਦੀ ਮੰਗਾਂ ਅੱਗੇ ਝੁਕਦੇ ਹੋਏ ਸਾਰੀਆਂ ਗੱਲਾਂ ਨੂੰ ਜਿਹੜਾ ਹੈਗਾ ਮੰਨਣਾ ਪੈਂਦਾ। ਅਸੀਂ ਹੁਣ ਜਾਣਨਾ ਚਾਹਾਂਗੇ ਸੰਯੁਕਤ ਕਿਸਾਨ ਮੋਰਚੇ ਦੀ ਇਹੋ ਜਿਹੀਆਂ ਹਾਲ ਤੱਕ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਵੱਲੋਂ ਨਹੀਂ ਮੰਨੀਆਂ ਗਈਆਂ, ਜਾਂ ਹਲੇ ਵੀ ਜਿਹੜਾ ਜਿਨ੍ਹਾਂ ਨੂੰ ਲੈ ਕੇ ਵਿਚਾਰ ਚਰਚਾ ਲਗਾਤਾਰ ਜਾਰੀ ਹੈ। ਔਰ ਉਹਦੇ 'ਚ ਮੈਨੂੰ ਲੱਗਦਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਦੀ ਜਾਂ RSS ਦੀ ਦੁੱਖ ਦੀ ਰਗ 'ਤੇ ਹੱਥ ਰੱਖਿਆ ਹੋਇਆ। ਉਹ ਦੁੱਖ ਦੀ ਰਗ ਇਹ ਹੈ ਕਿ ਜਿਹੜਾ ਹੁਣ ਯੂਪੀ 'ਚ ਇਲੈਕਸ਼ਨ ਹੈ, ਮਿਸ਼ਨ 2022 ਕਹਿੰਦੇ ਨੇ ਉਹਦੇ 'ਚ ਇਹ ਹੈ ਕਿ ਹਿੰਦੂ ਮੁਸਲਿਮ ਕਰਾ ਕੇ ਸੌਖਾ ਕੰਮ ਸੀ। ਸੰਯੁਕਤ ਮੋਰਚੇ ਨੇ ਜੋੜਨ ਦਾ ਕੰਮ ਕੀਤਾ ਬਹੁਤ ਵੱਡੇ ਪੱਧਰ ਦੇ ਉੱਤੇ, ਜਿਹੜਾ ਦੁਬਾਰਾ ਇੱਕ ਫੁੱਟ ਪੈ ਗਈ ਸੀ ਇੱਕ ਭਾਈਚਾਰਿਆਂ ਦੇ ਵਿੱਚ। ਔਰ ਉਹ ਮੁਜ਼ੱਫਰਨਗਰ ਰੈਲੀ ਤੋਂ ਸਾਹਮਣੇ ਆਇਆ। ਤੇ ਹੁਣ ਇਹ ਪੂਰਬੀ ਯੂਪੀ 'ਚ ਵੀ ਰੈਲੀਆਂ ਕਰਨ ਲੱਗੇ ਮਹਾਪੰਚਾਇਤਾਂ 'ਤੇ। ਉੱਥੇ ਜਿੰਨੀ ਭੀੜ ਜੁੜਦੀ ਹੈ, ਜਿੰਨੇ ਲੋਕ ਆਉਂਦੇ ਨੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਲਾਸ ਉਸ ਲੈਵਲ ਦਾ ਨਜ਼ਰ ਆ ਰਿਹਾ। ਔਰ ਇਹ ਸਾਰਾ ਹਾਲਾਂਕਿ ਬੀਜੇਪੀ ਨੂੰ ਘਾਟਾ ਤਾਂ ਪਏਗਾ ਹੀ। ਜਿਹਦੀਆਂ 8 ਦੀਆਂ 8 ਸੀਟਾਂ ਬੀਜੇਪੀ ਲੈ ਕੇ ਗਈ, ਜਿਹੜਾ ਖੇਤਰ ਹੈ ਲਖੀਮਪੁਰ ਜ਼ਿਲ੍ਹਾ ਜਿਹੜਾ ਉਹ ਬਣਦਾ। ਔਰ ਇਹ ਤਰਾਈ ਦਾ ਜਿਹੜਾ ਜ਼ਿਲ੍ਹਾ ਜੇ ਲਗਭਗ 42-43 ਸੀਟਾਂ ਸੀ, 37 ਬੀਜੇਪੀ ਲੈ ਕੇ ਗਈ ਸੀ। ਕੀ ਇਹਨਾਂ ਦਿਨਾਂ ਦੇ ਵਿੱਚ ਇਸ ਮਾਹੌਲ ਨਾਲ ਲੋਕਾਂ ਨੂੰ ਕੁੱਟ ਕੇ ਵੋਟਾਂ ਲਾਓਗੇ? ਤੁਸੀਂ ਬਾਕੀ ਦੀਆਂ ਚੀਜ਼ਾਂ ਕਰੋਗੇ। ਔਰ ਇਹ ਜਿਹੜਾ ਇੱਕ ਮਾਹੌਲ ਹੈ ਨਾ, ਬੀਜੇਪੀ ਨੇ ਸ਼ੁਰੂ ਤੋਂ ਲੈ ਕੇ, ਮੇਰਾ ਖਿਆਲ ਹੈ ਕਿ ਗੋਧਰਾ ਤੋਂ ਸ਼ੁਰੂ ਹੋਇਆ ਤੇ 2002 ਤੋਂ ਲੈ ਕੇ ਜਨਤਕ ਤੌਰ 'ਤੇ ਗੁੰਡਾਗਰਦੀ ਦਾ ਇੱਕ ਸਿਸਟਮ ਉਠਾਰੋ, ਲੋਕਾਂ 'ਚ ਇੱਕ ਦਹਿਸ਼ਤ ਪੈਦਾ ਕਰ ਦਿਓ, ਟੈਰਰ, ਕੋਈ ਬੋਲੇ ਨਾ। ਔਰ ਉਹ 'ਚੋਂ ਕਾਮਯਾਬ ਵੀ ਰਹੇ ਇੱਕ ਸਮੇਂ ਤੱਕ। ਗਵਾਹ ਨਹੀਂ ਸਾਹਮਣੇ ਆ ਰਹੇ ਗੁਜਰਾਤ ਦੇ ਵੀ, ਜਿਹ 'ਚ ਅਮਿਤ ਸ਼ਾਹ ਵੀ ਫਸੇ ਰਹੇ, ਜੇਲ੍ਹ ਦੇ ਵਿੱਚ ਤੱਕ ਗਏ ਤੇ ਬਾਕੀ ਦੇ ਲੋਕ ਵੀ ਗਏ। ਔਰ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਹੋਇਆ ਸ਼ਹੀਨ ਬਾਗ ਤੋਂ ਬਾਅਦ ਜਿਹੜੇ ਦੰਗੇ, ਜੋ ਗੱਲਾਂ ਬੀਜੇਪੀ ਦੇ ਆਗੂਆਂ ਨੇ ਕਹੀਆਂ, ਕਦੇ ਕਰੰਟ ਸ਼ਹੀਨ ਬਾਗ ਤੱਕ ਜਾਣਾ ਚਾਹੀਦਾ, ਕਦੇ ਗੋਲੀ ਮਾਰੋ ਸਾੜੋ ਕੋ, ਕਦੇ ਉਹ ਕਿਸੇ ਬੰਦੇ ਤੇ FIR ਵੀ ਨਹੀਂ ਹੋਈ, ਕੋਈ ਫੜਿਆ ਵੀ ਨਹੀਂ ਗਿਆ। ਫੜੇ ਵਿਰੋਧੀ ਬੰਦੇ ਗਏ ਜਿਹੜੇ ਪੀੜਤ ਨੇ। ਜਦੋਂ ਤੁਸੀਂ ਇਸ ਬਰਤਾਂਤ 'ਚ ਚੀਜ਼ਾਂ 'ਚ ਕਰਦੇ ਸੀ, ਕਿਸਾਨ ਅੰਦੋਲਨ ਨੇ ਉਹ ਟੈਰਰ ਖਤਮ ਕਰਤਾ। ਉਹ ਮਤਲਬ ਦਲੇਰੀ ਇੰਨੀ ਪੈਦਾ ਹੋ ਗਈ ਹੈ ਕਿ ਉਹ ਟੱਕਰ ਬੀਜੇਪੀ ਨੂੰ, ਇੱਕ ਮੋਦੀ ਸਰਕਾਰ ਨੂੰ ਦਿੱਤੀ ਕਿ ਇਹਦੇ ਨਾਲ ਲੜਿਆ ਜਾ ਸਕਦਾ ਔਰ ਲੜਨਾ ਚਾਹੀਦਾ, ਇਹ ਤੋਂ ਬਿਨਾਂ ਚਾਰਾ ਕੋਈ ਨਹੀਂ ਹੈ। ਹਿੰਦੂ ਤਵੀ ਉਹ ਬਹੁ ਗਿਣਤੀਵਾਦ ਤੇ ਘੱਟ ਗਿਣਤੀਵਾਦ ਦੋਨਾਂ ਦਾ ਆਪਸ ਦੇ ਵਿੱਚ ਉਹਨੂੰ ਮਟਾਇਆ। ਇਨਸਾਨੀਅਤ ਦਾ
ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦਾ ਇੱਕ ਸੰਦੇਸ਼ ਦਿੱਤਾ ਅੰਦੋਲਨ ਨੇ। ਹੁਣ ਕਿਸਾਨ ਅੰਦੋਲਨ ਨੇ ਇਹ ਵੱਡੇ ਫੈਸਲੇ 'ਚ ਸੱਭਿਆਚਾਰਕ ਤੌਰ ਤੇ ਸਿਆਸੀ ਤੌਰ ਤੇ ਕੀਤੇ ਨੇ ਤੇ ਡੈਮੋਕ੍ਰੇਸੀ ਨੂੰ ਇਹ ਕਿਹਾ ਤੁਹਾਡੀ ਨਹੀਂ ਚੱਲੇਗੀ, ਅਸੀਂ ਡੈਮੋਕ੍ਰੈਟਿਕ ਪ੍ਰਕਿਰਿਆ ਨਵੀਂ ਸ਼ੁਰੂ ਕਰਾਂਗੇ, ਜਵਾਬਦੇਹ ਕਰਾਂਗੇ ਤੁਹਾਨੂੰ ਸਾਡੇ ਸਾਹਮਣੇ। ਤੇ ਉਹ 3 ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਜਿਹਨੂੰ ਉਹ ਕਹਿ ਰਹੇ ਨੇ ਗੈਰ ਸੰਵਿਧਾਨਕ ਹੈ। ਅੱਜ ਹੀ ਇੰਡੀਅਨ ਐਕਸਪ੍ਰੈਸ 'ਚ ਇੱਕ ਆਰਟੀਕਲ ਛਪਿਆ, ਉਹ ਰਿਟਾਇਰਡ ਜੱਜ ਨੇ, ਮਤਲਬ ਲੇਡੀ ਨੇ ਜਿਹੜੇ ਦਿੱਲੀ ਹਾਈ ਕੋਰਟ ਦੇ, ਉਹਨਾਂ ਨੇ ਕਿਹਾ ਕਿ ਜਿਹੜੇ ਸੁਪਰੀਮ ਕੋਰਟ ਵੀ ਇਹ ਕਹਿ ਰਹੀ ਹੈ ਨਾ ਕਿ ਜੇ ਜਦ ਮਾਮਲਾ ਸਬ ਜੂਡਿਸ ਹੈ ਤਾਂ ਤੁਹਾਨੂੰ ਕਿਉਂ ਮੋਰਚਾ ਚੱਲ ਰਿਹਾ ਹੈ, ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਹੋ ਰਹੀਆਂ ਤੇ ਤੁਸੀਂ ਕਿਉਂ ਸੜਕਾਂ ਰੋਕੀਆਂ ਹੋਈਆਂ ਨੇ, ਇਹੋ ਜਿਹੀਆਂ ਕਿੰਨੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਨੇ। ਤੇ ਉਹ ਕਹਿ ਰਹੇ ਨੇ ਕਿ ਜੇ ਅਦਾਲਤ ਇਹੀ ਕਰਨੀ ਹੁੰਦੀ ਕਿ 1 ਸਾਲ ਤੋਂ ਵੱਧ ਹੋ ਗਿਆ, ਤੁਸੀਂ ਉਹਦਾ ਨੋਟਿਸ ਲਓ, ਨੋਟਿਸ ਲੈ ਕੇ ਉਹਦੀ ਸੰਵਿਧਾਨਕ ਵੈਲਿਡਿਟੀ ਤੇ ਫੈਸਲਾ ਦੇ ਦਿਓ। ਉਹ ਗੱਲ ਤਾਂ ਤੁਸੀਂ ਕਰ ਨਹੀਂ ਰਹੇ। 700 ਕਿਸਾਨ ਸ਼ਹੀਦ ਹੋ ਗਿਆ, ਉਹ ਗੱਲ ਤੁਹਾਨੂੰ ਦਿਖਾਈ ਨਹੀਂ ਦੇ ਰਹੀ, ਉਹ ਬੰਦੇ ਨਹੀਂ ਹੈ। ਇੱਕ ਨੂੰ ਲੰਗੜ ਝਾਓ ਖਾ ਰਹੀ ਹੈ, ਇੱਕ ਦੇ ਬੰਦੇ ਮਰ ਗਏ। 2 ਗੱਲਾਂ 'ਚ ਕੋਈ ਫਰਕ ਨਹੀਂ ਦਿਖਾਈ ਰਿਹਾ ਉਸ ਪੱਧਰ ਦੇ ਉੱਤੇ। ਤੁਹਾਨੂੰ ਨੋਟਿਸ ਲੈਣ ਲਈ ਮਤਲਬ ਕੋਸ਼ਿਸ਼ ਨਹੀਂ ਕਰ ਰਹੇ ਕਿ ਉਸ ਲੈਵਲ ਦੀਆਂ ਚੀਜ਼ਾਂ ਹੋਵੇ। ਤੇ ਇਹਦਾ ਮਤਲਬ ਅੱਗੇ ਨੂੰ ਦੇਸ਼ ਐਵੇਂ ਚੱਲੇਗਾ ਜੇ ਮਾਮਲਾ ਸਬ ਜੂਡਿਸ ਅੱਗੇ 84 ਹੋ ਗਿਆ, 84 ਦੇ ਵਿੱਚ ਇੰਨੇ ਮਤਲਬ ਕਤਲੇਆਮ ਹੋਇਆ ਤੇ ਮਾਮਲਾ ਤਾਂ ਸਬ ਜੂਡਿਸ ਸੀ, ਕੋਰਟ 'ਚ ਸੀ। ਆਏ ਵਾਰ ਲੋਕ ਗੱਲ ਕਰਦੇ ਨੇ, ਆਏ ਵਾਰ ਲੋਕ ਮੁੱਦੇ ਉਠਾਉਂਦੇ ਨੇ, ਹਰ ਚੋਣਾਂ 'ਚ ਵੀ ਉੱਠਦਾ ਤੇ ਉਹਦੇ ਤੋਂ ਬਿਨਾਂ ਵੀ ਉੱਠਦਾ। ਤੇ ਕੀ ਤੁਸੀਂ ਜ਼ੁਬਾਨ ਬੰਦ ਕਰ ਦੋਗੇ ਜੇ ਕੋਰਟ 'ਚ ਗਿਆ? ਕੋਰਟ ਰੱਬ ਤੋਂ ਭਗਵਾਨ ਹੋ ਗਈ ਹੈ ਮਤਲਬ ਉਸ ਪੱਧਰ ਦੇ ਉੱਤੇ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਸ ਪੱਧਰ ਦੇ ਉੱਤੇ ਜਾ ਰਹੀਆਂ ਨੇ ਇੱਕ ਅਲੱਗ ਐਂਗਲ ਤੋਂ, ਇਹ ਸਾਰੇ ਸਵਾਲ ਇਹਨੇ ਜਸਟਿਸ ਨੇ ਉਠਾਏ ਨੇ, ਸਾਬਕਾ ਜੱਜ ਨੇ। ਔਰ ਇਹ ਵੀ ਇੱਕ ਬੜੀ ਗੱਲ ਹੈ, ਇਹ ਸਵਾਲ ਕਿਸਾਨ ਅੰਦੋਲਨ ਵੀ ਉਠਾ ਰਿਹਾ। ਉਸੇ ਦਾਇਰੇ 'ਚੋਂ ਕਿਸਾਨ ਅੰਦੋਲਨ ਇਹ ਕਹਿ ਰਿਹਾ ਕਿ ਇਹ ਕੇਂਦਰ ਸਰਕਾਰ ਦੇ ਸਬਜੈਕਟ ਨਹੀਂ ਹੈ, 3 ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਕਾਰਪੋਰੇਟ ਸਾਡੀਆਂ ਜ਼ਮੀਨਾਂ ਹੜੱਪਣਾ ਚਾਹੁੰਦਾ, ਕਾਰਪੋਰੇਟ ਦੇ ਏਜੰਡੇ ਤੇ ਖਿਲਾਫ ਸਾਨੂੰ ਖੜਨਾ ਪਊਗਾ। ਤੇ ਇਸੇ ਤਰ੍ਹਾਂ MSP ਦਾ ਸਵਾਲ ਹੈ ਕਿ ਉਹਦੀ ਗਰੰਟੀ ਦਾ ਸਵਾਲ ਹੈ। ਮੇਨ ਆ ਘਟਨਾਵਾਂ ਅੰਦੋਲਨ ਕਿਉਂ ਹੈ? ਕਿਉਂਕਿ ਉਹ 3 ਕਾਨੂੰਨ ਨੇ ਤੇ ਇੱਕ MSP ਦੀ ਗਰੰਟੀ ਹੈ। ਉਹਦੇ ਤੇ ਗੱਲਬਾਤ ਸ਼ੁਰੂ ਕਰ ਲਓ, ਉਹ ਨਿਪਟਾ ਲਓ ਤਾਂ ਇਹ ਬੰਦ ਹੋ ਜਾਊਗਾ ਆਟੋਮੈਟਿਕਲੀ। ਇਹਦੇ ਨਾਲ ਚੀਜ਼ਾਂ ਸੁਲਝ ਜਾਣਗੀਆਂ ਇੱਕ ਹੱਦ ਤੱਕ। ਇਸ ਲਈ ਮਾਮਲਾ ਉੱਥੇ ਲਿਜਾਣ ਦਾ ਸਵਾਲ ਹੈ। ਗਵਰਨਮੈਂਟ ਆਫ ਇੰਡੀਆ ਨੂੰ ਚਾਹੀਦਾ ਕਿ ਉਹ ਗੱਲਬਾਤ ਲਈ ਸੱਦੇ। ਕਿਸਾਨ ਅੰਦੋਲਨ ਦੇ ਅੱਜ ਵੀ ਆਗੂ ਇਹ ਕਹਿ ਰਹੇ ਨੇ ਅਸੀਂ ਗੱਲਬਾਤ ਲਈ ਤਿਆਰ ਹਾਂ, ਤੇ ਗੱਲਬਾਤ ਸੱਦ ਕੇ ਮੇਨ ਮੁੱਦਾ ਰਿਜ਼ੋਲਵ ਕਰੋ, ਹੱਲ ਕਰੋ ਤਾਂ ਕਿ ਮਾਹੌਲ ਠੀਕ ਪਾਸੇ ਵੱਲ ਤੁਰ ਸਕੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਜਿਹੜੀ ਗੱਲਬਾਤ ਦਾ ਅੱਜ ਲਗਭਗ 9 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਬੀਤ ਚੁੱਕਿਆ ਵੀ ਕਿ ਗੱਲਬਾਤ ਟੁੱਟੀ ਹੋਈ ਹੈ। ਤੇ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਕਿ ਉਹ ਅੱਗੇ ਆਵੇ, ਗੱਲਬਾਤ ਕਰੇ ਤੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਇਸ ਨੂੰ ਜਿਹੜਾ ਹੈਗਾ ਖਤਮ ਕੀਤਾ ਜਾ ਸਕੇ। ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਮੰਨੇ ਅਤੇ ਉਸ ਨੂੰ ਜਿਹੜਾ ਹੈਗਾ ਖੁਸ਼ੀ ਆਪਣੇ ਘਰ ਵਾਪਸ ਭੇਜਿਆ ਜਾਵੇ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।